ਲੜੀਵਾਰ ਕਥਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਦੀ ਆਪ ਜੀ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਪਾਵਨ ਅੰਮ੍ਰਿਤ ਬਚਨ ਆਪਾਂ ਵਿਚਾਰ ਰਹੇ ਹਾਂ। ਰਾਗ ਬਿਲਾਵਲ ਵਿੱਚ 26 ਸ਼ਬਦ ਪਿੱਛੇ ਸੰਪੂਰਨ ਹੋਏ ਹਨ। 27ਵਾਂ ਸ਼ਬਦ ਪ੍ਰਾਰੰਭ ਹੋ ਰਿਹਾ ਹੈ 807 ਅੰਗ ਤੇ। ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹਲਾ ਪੰਜਵਾਂ। ਸਤਿਗੁਰ ਕਰ ਦੀਨੇ ਅਸਥਿਰ ਘਰ ਬਾਰ। ਰਾਗ ਬਿਲਾਵਲ ਹੈ ਔਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ੍ਰੀ ਮੁਖਵਾਕ ਸ਼ਬਦ ਹੈ। ਸਤਿਗੁਰ ਕਰ ਦੀਨੇ ਅਸਥਿਰ ਘਰ ਬਾਰ। ਆਹਾ, 3 ਪੰਕਤੀਆਂ ਦਾ ਸ਼ਬਦ ਹੈ ਸਾਰਾ ਸੰਪੂਰਨ, ਪਰ 3 ਪੰਕਤੀਆਂ ਵਿੱਚ ਮੇਰੇ ਸਾਹਿਬ ਨੇ ਜ਼ਿੰਦਗੀ ਦਾ ਸਾਰਾ ਸਾਰ ਦੱਸ ਦਿੱਤਾ। ਸਤਿਗੁਰੂ ਜੀ ਨੇ ਮੇਰਾ ਜਿਹੜਾ ਘਰ ਬਾਰ ਹੈ ਉਹ ਅਸਥਿਰ ਕਰ ਦਿੱਤਾ, ਟਿਕਾ ਕੇ। ਪਹਿਲਾਂ ਅਸਥਿਰ ਨਹੀਂ ਸੀ, ਰੋਜ਼ ਨਵਾਂ ਘਰ ਵਸਾਉਣਾ ਪੈਂਦਾ ਸੀ। ਜਿੰਨੇ ਜਨਮ ਓਨੇ ਹੀ ਨਵੇਂ ਘਰ, ਜੰਮਣਾ ਫਿਰ ਮਰਨਾ, ਫਿਰ ਜੰਮਣਾ ਫਿਰ ਮਰਨਾ। ਕਬੀਰ ਜੀ ਮਹਾਰਾਜ ਜੀ ਕਹਿੰਦੇ ਇੱਕ ਵਾਰੀ ਥੋੜੀ ਵਸਾਇਆ ਇਹੋ ਜਿਹੇ ਘਰ, ਪਤਾ ਨਹੀਂ ਕਿੰਨੀ ਕੁ ਵੇਰ ਵਸਾ ਹਟਿਆ। ਪਹਿਲਾਂ ਜਿੰਨੀ ਵਾਰ ਗਰਭ ਜੂਨੀਆਂ ਚ ਆਏ ਉਨੀ ਵਾਰ ਇਹ ਨਵੇਂ ਘਰ ਵਸੇ ਨੇ। ਪਰ ਮੇਰੇ ਸਤਿਗੁਰਾਂ ਨੇ ਮੇਰੇ ਤੇ ਕਿਰਪਾ ਕੀਤੀ। ਹੁਣ ਮੇਰਾ ਘਰ ਬਾਰ ਅਸਥਿਰ ਦਾ ਮਤਲਬ ਟਿਕਾਣਾ ਬਣਾ ਦਿੱਤਾ, ਟਿਕਾ ਕੇ। ਉਹ ਘਰ ਕਿਹੜਾ ਹੈ ਜਿਹਨੂੰ ਅਸਥਿਰ ਕਹਿੰਦੇ ਆ? ਜਿਸ ਘਰ 'ਚ ਜਾ ਕੇ ਮੁੜ ਕੇ ਆਵਾਗਾਉਣ ਦੇ ਚੱਕਰਾਂ 'ਚ ਨਹੀਂ ਪੈਣਾ ਪੈਂਦਾ। ਉਹ ਘਰ ਹੈ ਆਪਣੀ ਨਿਜ ਆਤਮਾ ਦੇ ਸਰੂਪ ਨੂੰ ਜਾਣਨਾ, ਆਪਣੇ ਅਸਲ ਘਰ ਨੂੰ ਬੁੱਝ ਲੈਣਾ ਕਿ ਮੇਰਾ ਨਿਜ ਘਰ ਕਿਹੜਾ ਹੈ। ਮੇਰਾ ਨਿਜ ਸਰੂਪ ਜੋ ਮੇਰਾ ਨਿਜ ਘਰ ਹੈ ਉਹਨੂੰ ਜਾਣ ਲੈਣਾ। ਪਰ ਉਸ ਘਰ ਨੂੰ ਤਾਂ ਗੁਰੂ ਬਿਨਾਂ ਜਾਣੇ ਹੀ ਨਹੀਂ ਜਾ ਸਕਦਾ। ਸਤਿਗੁਰਾਂ ਦੇ ਤਰਸ ਨਾਲ, ਗੁਰੂ ਦੀ ਕਿਰਪਾ ਨਾਲ ਹੀ ਉਸ ਘਰ 'ਚ ਪਹੁੰਚਿਆ ਜਾਂਦਾ। ਭਾਈ ਸਾਹਿਬ ਭਾਈ ਮਰਦਾਨਾ ਜੀ ਖੁਰਮ ਦਰਿਆ ਦੇ ਕਿਨਾਰੇ ਅਖੀਰਲਾ ਸਮਾਂ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕੋਲ ਨੇ। ਬੇਨਤੀ ਕਰਦੇ ਆ, ਕਹਿੰਦੇ ਮਹਾਰਾਜ ਮੇਰਾ ਅੰਤਲਾ ਸਮਾਂ ਆ ਗਿਆ। ਸਾਹਿਬ ਪੁੱਛਦੇ ਮਰਦਾਨਿਆਂ, ਦੱਸ ਤੇਰੇ ਸਰੀਰ ਦੀ ਕਬਰ ਬਣਾਈਏ? ਤੇ ਮਰਦਾਨਾ ਜੀ ਅੱਗੋਂ ਕਹਿੰਦੇ ਬਾਬਾ ਇੱਕ ਗੋਰ ਤੇ ਕੱਢ ਕੇ ਦੂਜੀ ਗੋਰ ਕਿਉਂ ਪਾਵਣਾ? ਆ ਸਰੀਰ ਵੀ ਤਾਂ ਇੱਕ ਕਬਰ ਹੈ, ਗੋਰ ਹੈ, ਇਹਦੇ ਵਿੱਚੋਂ ਕੱਢ ਕੇ ਦੂਜੀ 'ਚ ਕਿਉਂ ਪਾਵਣਾ? ਮੈਂ ਤੁਹਾਡਾ ਸਿੱਖ ਹਾਂ, ਸਰੀਰ ਦਾ ਸੰਸਕਾਰ ਕਰ ਦਿਓ। ਕਿਰਪਾ ਕਰਿਓ ਮੈਨੂੰ ਆਪਣੇ ਘਰ ਵਿੱਚ ਨਿਵਾਸ ਬਖਸ਼ਿਓ, ਜਿੱਥੇ ਜਾ ਕੇ ਮੁੜ ਕੇ ਆਉਣਾ ਨਹੀਂ ਹੁੰਦਾ। ਜਨਮ ਸਾਖੀ ਵਿੱਚ ਲਿਖਿਆ। ਗੁਰੂ ਬਾਬੇ ਨੇ ਆਖਿਆ ਮਰਦਾਨਿਆਂ, ਮੈਂ ਛੋਟਾ ਸੈਂ, ਤੂੰ ਮੇਰੇ ਤੋਂ 10 ਵਰ੍ਹੇ ਵੱਡਾ ਉਮਰ ਕਰਕੇ। ਮੈਂ ਉਦੋਂ 3 ਕੁ ਸਾਲ ਦਾ, 2.5-3 ਸਾਲ ਦਾ ਸਾਂ, ਤੈਂ ਕੋਈ 13 ਕੁ ਸਾਲ ਦੀ ਉਮਰ ਵਿੱਚ ਸੀ। ਤੂੰ ਆਇਆ ਸੀ ਸਾਡੇ ਘਰੇ ਮੰਗਣ। ਮਰਾਸ਼ੀ ਜੋ ਠਹਿਰਿਆ ਸੀ ਬੇਦੀਆਂ ਦਾ,
ਆਇਆ ਸੀ ਘਰੇ ਮੰਗਣ ਤੇ ਕੁਝ ਲੈ ਕੇ ਜਾ ਰਿਹਾ ਸੀ ਤੇ ਗਾ ਬੜਾ ਸੋਹਣਾ ਰਿਹਾ ਸੀ, ਮਿੱਠਾ ਮਿੱਠਾ, ਤੇ ਮੈਂ ਤੇਰੇ ਪਿੱਛੇ ਪਿੱਛੇ ਟੁਰ ਪਿਆ, ਤੈਨੂੰ ਨਹੀਂ ਪਤਾ ਕਿ ਮੈਂ ਤੇਰੇ ਪਿੱਛੇ ਆ ਰਿਹਾ। ਤੈਂ ਆਪਣੇ ਘਰ ਪਹੁੰਚਿਆ, ਗਲੀ ਤੋਂ ਥੋੜਾ ਜਿਹਾ ਉੱਚਾ ਚਬੂਤਰਾ ਸੀ ਘਰ ਦਾ, ਉੱਤੇ ਚੜ ਕੇ ਚਲਾ ਗਿਆ। ਮੈਂ ਯਤਨ ਕਰਦਾ ਰਿਹਾ ਵੀ ਚੜ ਜਾਵਾਂ ਉੱਤੇ, ਪਰ ਚੜਿਆ ਨਹੀਂ ਗਿਆ। ਇੰਨੇ ਨੂੰ ਤੇਰਾ ਅੱਬਾ, ਤੇਰਾ ਬਾਪੂ ਬਾਹਰ ਆਇਆ, ਉਹਨੇ ਮੈਨੂੰ ਵੇਖ ਲਿਆ ਤੇ ਕਹਿੰਦਾ, ਉਹ ਮਰਦਾਨਿਆ, ਇਹ ਕੀ ਕੀਤਾ? ਪਟਵਾਰੀ ਦੇ ਪੁੱਤ ਨੂੰ ਸਾਡੇ ਘਰ ਵਿੱਚ, ਜਿਹੜੇ ਸਾਡੇ ਵਰਗੇ ਨੀਚ ਲੋਕ ਨੇ ਉਹਨਾਂ ਦੇ ਘਰ ਲੈ ਆਇਆ। ਪਟਵਾਰੀ ਬੜਾ ਗੁੱਸਾ ਕਰੇਗਾ। ਤੈਂ ਆਖਿਆ ਮੈਂ ਨਹੀਂ ਲੈ ਕੇ ਆਇਆ, ਮੈਨੂੰ ਤਾਂ ਪਤਾ ਹੀ ਨਹੀਂ ਪਿੱਛੇ ਪਿੱਛੇ ਕਿਵੇਂ ਆ ਗਿਆ। ਤੇਰੇ ਪਿਤਾ ਨੇ ਆਖਿਆ ਜਾ ਵਾਪਸ ਪਟਵਾਰੀ ਦੇ ਘਰੇ ਛੱਡ ਕੇ ਆ। ਮਰਦਾਨਿਆ, ਤੈਂ ਮੇਰੀ ਉਂਗਲ ਪਕੜੀ ਸੀ, ਪਕੜ ਕੇ ਉਂਗਲ ਸਹਿਜੇ ਸਹਿਜੇ ਟੋਰ ਕੇ ਤੂੰ ਮੇਰੇ ਘਰ ਦੇ ਦਰਵਾਜ਼ੇ ਕੋਲ ਲਿਆ ਕੇ ਆਖਿਆ, ਨਾਨਕ ਜਾ ਅੰਦਰ ਚਲਾ ਜਾ, ਹੁਣ ਮੇਰੇ ਪਿੱਛੇ ਨਾ ਆਵੀਂ। ਤੈਂ ਆਪਣੇ ਘਰ ਤੋਂ ਮੇਰੇ ਘਰ ਤੱਕ ਮੇਰੀ ਉਂਗਲ ਪਕੜ ਕੇ ਛੱਡ ਕੇ ਆਇਆ ਸੀ। ਮਰਦਾਨਿਆ, ਅਸੀਂ ਵੀ ਤੇਰੀ ਉਂਗਲ ਫੜ ਕੇ ਤੈਨੂੰ ਆਪਣੇ ਨਿਜ ਘਰ ਵਿੱਚ ਲੈ ਕੇ ਜਾਵਾਂਗੇ। ਇਹ ਉਹ ਘਰ ਹੈ ਜਿਸ ਘਰ ਵਿੱਚ ਜਾ ਕੇ ਮੁੜ ਕੇ ਆਉਣਾ ਨਹੀਂ ਹੁੰਦਾ। ਇਸ ਕਰਕੇ ਇਸ ਘਰ ਨੂੰ ਕਹਿੰਦੇ ਆ ਅਸਥਿਰ ਘਰ ਬਾਰ, ਸਦਾ ਰਹਿਣ ਵਾਲਾ ਘਰ, ਜਿੱਥੇ ਜਾ ਕੇ ਮੁੜ ਕੇ ਜਨਮ ਹੀ ਨਹੀਂ ਹੁੰਦਾ। ਜੇ ਉਸ ਘਰ ਵਿੱਚ ਨਾ ਪਹੁੰਚੀਏ ਤੇ ਫਿਰ ਜਨਮ ਹੁੰਦਾ, ਫਿਰ ਮਰਨ ਹੁੰਦਾ। ਫਿਰ ਤਾਂ ਕਈ ਘਰ ਬਣੇ, ਪਰ ਇਹ ਘਰ ਜਿਹਦੇ ਬਾਰੇ ਪੰਚਮ ਪਾਤਸ਼ਾਹ ਇੱਥੇ ਕਹਿ ਰਹੇ ਨੇ, ਇਹ ਅਸਥਿਰ ਘਰ ਬਾਰ ਹੈ, ਜਿੱਥੇ ਜਾ ਕੇ ਮੁੜ ਕੇ ਆਵਣਾ ਨਹੀਂ ਹੁੰਦਾ। ਬਹੁਰ ਹਮ ਕਾਹੇ ਆਵੇਂਗੇ, ਬਹੁਰ ਹਮ ਕਾਹੇ ਆਵੇਂਗੇ, ਬਹੁਰ ਹਮ ਕਾਹੇ ਆਵੇਂਗੇ, ਬਹੁਰ ਹਮ ਕਾਹੇ ਆਵੇਂਗੇ, बहुर हम काहे आवेंगे, बहुर हम काहे आवेंगे, बहुर हम काहे आवेंगे, बहुर हम काहे आवेंगे। कहंदे हुण असीं कित्थे आउणा मुड़ के, क्योंकि सानू टिकाणा मिल गया। आवन जान रहे थित पाई, ਟਿਕਾਣਾ ਮਿਲ ਗਿਆ। ਹੁਣ ਆਵਾਗਾਉਣ ਤੋਂ ਰਹਿਤ ਹੋ ਗਏ, ਨਿਜ ਘਰ ਵਿੱਚ ਜਾ ਪਹੁੰਚੇ। ਮੇਰੇ ਸਤਿਗੁਰਾਂ ਨੇ ਕਿਰਪਾ ਕੀਤੀ। ਪੰਚਮ ਪਾਤਸ਼ਾਹ ਕਹਿੰਦੇ, ਸਤਿਗੁਰ ਕਰ ਦੀਨੇ ਅਸਥਿਰ ਘਰ ਬਾਰ। ਮੇਰੇ ਸਾਹਿਬ ਨੇ ਮੇਰਾ ਘਰ ਬਾਰ ਅਸਥਿਰ ਕਰ ਦਿੱਤਾ, ਟਿਕਾਣਾ ਬਣਾ ਦਿੱਤਾ, ਜਿੱਥੇ ਜਾ ਕੇ ਹੁਣ ਸदैवी ਕਾਲ ਲਈ ਟਿਕ ਗਏ ਹਾਂ। ਰਹਾਉ जो जो निंद करे इन ग्रहण की, तिस आगे ही मारे करतार। ਜਿਹੜਾ ਜਿਹੜਾ ਵੀ ਇਹਨਾਂ ਘਰਾਂ ਦੀ ਨਿੰਦਾ ਕਰੇਗਾ ਜਾਂ ਕਰਦਾ ਹੈ, ਰੱਬ ਦੇ ਪਿਆਰਿਆਂ ਦੀ, ਜਿਹੜੇ ਟਿਕ ਗਏ ਨੇ ਉਹਨਾਂ ਦੀ ਨਿੰਦਾ, ਜਾਂ ਇਸ ਤਰ੍ਹਾਂ ਕਹਿ ਲਈਏ ਵੀ ਇਹ ਅਸਥਿਰ ਘਰ ਬਾਰ ਜਿਹੜੇ ਗੁਰੂ ਸਾਹਿਬ ਨੇ ਪਾਵਨ ਸਥਾਨ ਬਣਾਏ, ਇਹਨਾਂ ਦੀ ਗੁਰੂ ਘਰਾਂ ਦੀ ਕੋਈ ਨਿੰਦਾ ਕਰੇਗਾ, ਉਹਨੂੰ ਕਰਤਾਰ ਨੇ ਪਹਿਲੋਂ ਅੱਗੋਂ ਹੀ ਮਾਰ ਦਿੱਤਾ। ਉਹ ਮਰਿਆ ਹੋਇਆ, ਉਹ ਮਰਿਆ ਹੋਇਆ, ਉਹਦਾ ਜੀਵਨ ਨਹੀਂ ਹੈ। ਉਹ ਕਰਤਾਰ ਨੇ ਪਹਿਲੋਂ ਹੀ ਮਾਰ ਦਿੱਤਾ ਜਿਹੜਾ ਇਹੋ ਜਿਹੇ ਘਰਾਂ ਦੀ ਨਿੰਦਾ ਕਰੇ, ਇਹੋ ਜਿਹੇ ਘਰਾਂ ਦਾ ਨਿਰਾਦਰ ਕਰੇ, ਇਹੋ ਜਿਹੇ ਘਰਾਂ ਦਾ ਅਪਮਾਨ ਕਰੇ, ਇਹੋ ਜਿਹੇ ਘਰਾਂ ਦੀ ਬੇਅਦਬੀ ਕਰੇ। ਉਹ ਪਹਿਲਾਂ ਹੀ ਕਰਤਾਰ ਨੇ ਮਾਰਿਆ, ਉਹ ਮਰਿਆ ਹੋਇਆ, ਉਹ ਜਿਉਂਦਾ ਨਾ ਜਾਣੋ। ਉਹ ਕਰਤਾਰ ਨੇ ਮਾਰ ਦਿੱਤਾ, ਨਿਰੰਕਾਰ ਨੇ ਮਾਰ ਦਿੱਤਾ ਹੈ। ਨਾਨਕ ਦਾਸ ਤਾਕੀ ਸ਼ਰਨ ਆਏ,
ਜਾਕੋ ਸ਼ਬਦ ਅਖੰਡ ਅਪਾਰ। ਫਿਰ ਪਾਤਸ਼ਾਹ ਕਹਿੰਦੇ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਹਾਂ। ਨਾਨਕ ਦਾਸ ਤਾਂ ਕੀ ਸਰਨਾਈ, ਮੈਂ ਦਾਸ ਉਹਦੀ ਸ਼ਰਨ ਵਿੱਚ ਹਾਂ। ਜਾ ਕੋ ਸ਼ਬਦ ਅਖੰਡ ਅਪਾਰ, ਜਿਸ ਦਾ ਸ਼ਬਦ ਅਖੰਡ ਇੱਕ ਰਸ ਲਗਾਤਾਰ ਨਿਰੰਤਰ ਸਾਰੇ ਜਗਤ ਵਿੱਚ ਵਰਤ ਰਿਹਾ ਹੈ। ਅਖੰਡ ਦਾ ਮਤਲਬ ਹੁੰਦਾ ਜਿਹਦੇ ਚ ਟੁਕੜੇ ਟੁਕੜੇ ਦੀ ਬਿਰਤੀ ਨਾ ਹੋਵੇ, ਜਿਹਨੂੰ ਖੰਡਿਆ ਨਾ ਜਾ ਸਕੇ। ਇੱਕ ਰਸ ਲਗਾਤਾਰ ਨਿਰੰਤਰ ਇੱਕ ਰਸ ਵਰਤਣ ਵਾਲਾ ਜੋ ਪਰਮੇਸ਼ਰ ਦਾ ਸ਼ਬਦ ਹੈ ਉਹ ਸਾਰੇ ਜਗਤ ਵਿੱਚ ਵਰਤ ਰਿਹਾ। ਮੈਂ ਉਹਦੀ ਸ਼ਰਨ ਚ ਹਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਹਾਂ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਵਿੱਚ ਹਾਂ। ਬਿਲਾਵਲ ਮਹੱਲਾ ਪੰਜਵਾ। ਤਾਪ ਸੰਤਾਪ ਸਗਲੇ ਗਏ, ਬਿਨ ਸੇ ਤੇ ਰੋਗ। ਪੰਚਮ ਪਾਤਸ਼ਾਹ ਫਰਮਾਉਂਦੇ ਆ ਰਾਗ ਬਿਲਾਵਲ ਵਿੱਚ, ਤਾਪ ਚਲੇ ਗਏ, ਸੰਤਾਪ ਚਲੇ ਗਏ, ਸਾਰੇ ਗਏ। ਤਾਪ ਸੰਤਾਪ ਸਾਰੇ ਚਲੇ ਗਏ, ਸਗਲੇ ਗਏ। ਬਿਨ ਸੇ ਤੇ ਰੋਗ, ਜਿੰਨੇ ਰੋਗ ਸਨ ਉਹ ਵੀ ਬਿਨਸ ਗਏ। ਸਾਡੇ ਸਤਿਗੁਰੂ ਜੀ ਨੇ ਸਾਡੇ ਤੇ ਤਰਸ ਕੀਤਾ ਹੈ, ਦਇਆ ਕੀਤੀ ਹੈ। ਤਾਪ ਪਾਪ ਸੰਤਾਪ ਰੋਗ ਇਹ ਸਾਰੇ ਬਿਨਸ ਗਏ ਹਨ। ਹਾਂਜੀ। ਪਾਰ ਬ੍ਰਹਮ ਤੂੰ ਬਖਸ਼ਿਆ, ਸੰਤਨ ਰਸ ਭੋਗ। ਇਹ ਪਾਰ ਬ੍ਰਹਮ ਤੂੰ ਬਖਸ਼ਿਆ ਹੈ ਆਪਣੇ ਸੰਤਾਂ ਨੂੰ ਆਪਣਾ ਰਸ ਭੋਗ। ਆਪਣਾ ਰਸ ਤੂੰ ਆਪਣੇ ਸੰਤਾਂ ਨੂੰ ਬਖਸ਼ਿਆ ਔਰ ਤੇਰੇ ਉਸ ਰਸ ਨੂੰ ਤੇਰੇ ਸੰਤ ਜਨ ਭੋਗਦੇ ਨੇ, ਮਾਣਦੇ ਨੇ। ਔਰ ਉਹ ਰਸ ਜਿਸ ਨੂੰ ਨਾਮ ਰਸ ਕਹਿੰਦੇ ਆ, ਜਿਸ ਨੂੰ ਰਾਮ ਰਸ ਕਹਿੰਦੇ ਆ, ਜਿਸ ਨੂੰ ਸ੍ਰੇਸ਼ਟ ਰਸ ਕਹਿੰਦੇ ਆ, ਜਿਸ ਰਸ ਨੂੰ ਪੀ ਕੇ ਸਾਰੇ ਰਸ ਵਿਸਰ ਜਾਂਦੇ ਨੇ, ਉਹ ਰਸ ਮਹਾਰਾਜ ਜੀ ਤੁਸੀਂ ਆਪਣੇ ਸੰਤਾਂ ਨੂੰ, ਆਪਣੇ ਭਗਤਾਂ ਨੂੰ, ਆਪਣੇ ਪਿਆਰਿਆਂ ਨੂੰ ਮਾਣਨ ਲਈ ਬਖਸ਼ਿਆ ਹੋਇਆ। ਹਾਂਜੀ। ਰਹਾਉ ਸਰਬ ਸੁੱਖਾਂ ਤੇ ਮੰਡਲੇ, ਤੇਰਾ ਮਨ ਤਨ ਅਰੋਗ। ਕਹਿੰਦੇ ਹੈ ਸੱਜਣਾ, ਜੇ ਤੂੰ ਉਸ ਪਾਰ ਬ੍ਰਹਮ ਦੀ ਸ਼ਰਨ ਪੈ ਜਾਵੇਂ ਤੇ ਸਾਰੇ ਸੁੱਖ ਤੇਰੀ ਮੰਡਲੀ ਚ ਹੋਣਗੇ, ਤੇਰੇ ਸਮੁਦਾਇ ਚ ਹੋਣਗੇ ਸਾਰੇ ਸੁੱਖ। ਮੰਡਲੀ ਤੇਰਾ ਜਿਹੜਾ ਆਲਾ ਦੁਆਲਾ ਸਮੁਦਾਇ ਹੈ ਉਹ ਸਾਰਾ ਸਮੁਦਾਇ ਸਰਬ ਸੁੱਖਾਂ ਦਾ ਹੋਵੇਗਾ। ਔਰ ਤੇਰਾ ਮਨ ਵੀ ਅਰੋਗ ਹੋ ਜਾਏਗਾ ਔਰ ਤੇਰਾ ਤਨ ਵੀ ਅਰੋਗ ਹੋ ਜਾਏਗਾ। ਮਨ ਤੇ ਤਨ ਦੋਵੇਂ ਹੀ ਅਰੋਗ ਹੋ ਜਾਣਗੇ। ਗੁਣ ਗਾਵੋ ਨਿਤ ਰਾਮ ਕੇ, ਇਹ ਅਵਖਦ ਜੋਗ। ਕਹਿੰਦੇ ਮਨ ਤੇ ਤਨ ਦੀ ਅਰੋਗਤਾਈ ਦੀ ਤੈਨੂੰ ਸਭ ਤੋਂ ਵੱਡੀ ਦਵਾਈ ਦੱਸਦੇ ਆ, ਜੋ ਬੜੀ ਯੋਗ ਹੈ, ਕਾਰਗਰ ਦਵਾਈ ਹੈ। ਪੁੱਛਿਆ ਜੀ ਉਹ ਕਿਹੜੀ ਦਵਾਈ ਹੈ? ਕਹਿੰਦੇ ਗੁਣ ਗਾਵੋ ਨਿਤ ਰਾਮ ਕੇ, ਨਿਤ ਉਸ ਰਾਮ ਦੇ ਗੁਣ ਗਾਓ। ਇਹ ਅਵਖਦ ਜੋਗ, ਇਹ ਯੋਗ ਅਵਖਦ, ਅਵਖਦ ਕਹਿੰਦੇ ਦਵਾਈ ਨੂੰ। ਇਹ ਯੋਗ ਦਵਾਈ ਹੈ ਜੋ ਤੇਰੇ ਮਨ ਤਨ ਨੂੰ ਅਰੋਗ ਕਰ ਦੇਵੇਗੀ। ਇਸ ਦਵਾਈ ਵਰਗੀ ਦੁਨੀਆ 'ਚ ਕੋਈ ਦਵਾਈ, ਕੋਈ ਔਸ਼ਧੀ ਨਹੀਂ। ਇਹਦਾ ਲਾਭ ਹੀ ਲਾਭ ਹੈ, ਨੁਕਸਾਨ ਕੋਈ ਨਹੀਂ, ਕੇਵਲ ਲਾਭ ਹੈ। ਪਾਤਸ਼ਾਹ ਕਹਿੰਦੇ ਉਸ ਰਾਮ ਦੇ ਨਿਤ ਗੁਣ ਗਾਵੋ। ਜਿਹੜੇ ਜਿਹੜੇ ਗੁਣ ਗਾਓਗੇ ਉਹ ਤੁਹਾਡੇ ਅੰਦਰ ਆਈ ਜਾਣਗੇ। ਇਹਦੇ ਤੋਂ ਵਧੀਆ ਵਧੀਆ ਦਵਾਈ ਕਿਹੜੀ? ਜਿਹੜਾ ਗੁਣ ਪਰਮੇਸ਼ਰ ਦਾ ਕਹੋਗੇ ਤੁਹਾਡੇ 'ਚ ਆ ਜਾਏਗਾ। ਨਾਨਕ ਪ੍ਰਕਾਸ਼ ਵਿੱਚ ਬਚਨ ਆਉਂਦੇ ਹੈ। ਗੁਰੂ ਅੰਗਦ ਸਾਹਿਬ ਬੈਠੇ, ਭਾਈ ਬੁੱਢਾ ਜੀ, ਭਾਈ ਬਾਲਾ ਜੀ ਬੈਠੇ। ਮਹਾਰਾਜ ਜੀ ਪੁੱਛਦੇ ਆ ਬਾਬਾ ਬੁੱਢਾ ਸਾਹਿਬ ਜੀ, ਤੁਸੀਂ ਗੁਰੂ ਨਾਨਕ ਸਾਹਿਬ ਨੂੰ ਕਿਸ ਰੂਪ 'ਚ ਵੇਖਿਆ? ਤੇ ਧੰਨ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਮਹਾਰਾਜ ਮੈਂ ਗੁਰੂ ਨਾਨਕ ਸਾਹਿਬ ਨੂੰ ਬ੍ਰਹਮ ਗਿਆਨੀ ਦੇ ਰੂਪ ਵਿੱਚ ਵੇਖਿਆ। ਤੇ ਸਾਹਿਬ ਫਰਮਾਇਆ ਗੁਰੂ ਅੰਗਦ ਪਾਤਸ਼ਾਹ ਨੇ,
ਤਦੇ ਤਾਂ ਬਾਬਾ ਬੁੱਢਾ ਸਾਹਿਬ ਤੁਸੀਂ ਬ੍ਰਹਮ ਗਿਆਨੀ ਹੋ ਗਏ। ਭਾਈ ਬਾਲਾ ਜੀ ਤੁਸੀਂ ਕੀ ਕਰ ਵੇਖਿਆ? ਕਹਿੰਦੇ ਮੈਂ ਗੁਰੂ ਨਾਨਕ ਸਾਹਿਬ ਨੂੰ ਇੱਕ ਮਹਾਨ ਸੰਤ, ਪੂਰਨ ਸੰਤ ਰੂਪ ਵਿੱਚ ਵੇਖਿਆ। ਤੇ ਸਾਹਿਬ ਬੋਲੇ ਤਦੇ ਤਾਂ ਭਾਈ ਬਾਲਾ ਜੀ ਤੁਸੀਂ ਵੀ ਸੰਤ ਰੂਪ ਹੋ ਗਏ। ਹੁਣ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਨੂੰ ਪੁੱਛਦੇ, ਮਹਾਰਾਜ ਤੁਸੀਂ ਕੀ ਕਰ ਵੇਖਿਆ ਗੁਰੂ ਨਾਨਕ ਸਾਹਿਬ ਨੂੰ? ਕਹਿੰਦੇ ਮੈਂ ਉਹਨਾਂ ਨੂੰ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦਾ ਰੂਪ ਕਰਕੇ ਵੇਖਿਆ। ਕਹਿੰਦੇ ਤਦੇ ਤਾਂ ਫਿਰ ਤੁਸੀਂ ਵੀ ਉਸੇ ਸਵਰੂਪ ਵਿੱਚ ਭੇਦ ਹੋ ਗਏ। ਇਹ ਜਨਮ ਸਾਖੀ ਦਾ ਬਚਨ ਸੰਕੇਤ ਕੀ ਹੈ, ਸਿਧਾਂਤ ਕੀ ਹੈ ਕਿ ਪਾਰ ਬ੍ਰਹਮ ਪਰਮੇਸ਼ਰ ਦਾ ਜਿਹੜਾ ਗੁਣ ਤੁਸੀਂ ਵੇਖ ਕੇ ਉਸ ਗੁਣ ਨੂੰ ਕਹੋਗੇ, ਕਿੱਡੀ ਸ੍ਰੇਸ਼ਟ ਦਵਾਈ ਹੈ, ਉਹ ਗੁਣ ਤੁਹਾਡੇ ਅੰਦਰ ਆ ਜਾਏਗਾ। ਉਹ ਗੁਣ ਵਾਹਿਗੁਰੂ ਦਾ, ਪਰਮੇਸ਼ਰ ਦਾ ਤੁਹਾਡੇ ਹਿਰਦੇ 'ਚ ਆ। ਜਿਹੜਾ ਵੀ ਗੁਣ ਕਹੋਗੇ ਉਹ ਗੁਣ ਤੁਹਾਡੇ 'ਚ ਆ ਜਾਏਗਾ। ਇਸ ਕਰਕੇ ਸਾਹਿਬ ਇੱਥੇ ਕਹਿ ਰਹੇ ਨੇ, ਹਾਂਜੀ, ਆਏ ਬਸੋ ਘਰ ਦੇਸ ਮੈਂ ਇਹ ਭਲੇ ਸੰਜੋਗ। ਆ ਬਸ ਆਪਣੇ ਇਸ ਦੇਸ਼ ਘਰ ਵਿੱਚ ਬੜਾ ਸਮਾਂ ਹੋ ਗਿਆ ਭਟਕਦਿਆਂ ਭਰਮਦਿਆਂ ਕਈ ਜਨਮਾਂ 'ਚ। ਇਹ ਭਲਾ ਸੰਜੋਗ ਬਣਿਆ, ਤੈਨੂੰ ਇਹ ਦੇਹ ਮਿਲੀ ਹੈ, ਸਰੀਰ ਇਹੀ ਸੰਜੋਗ ਹੈ। ਇਸ ਸੰਜੋਗ ਦੇ ਬਹਾਨੇ ਆਪਣੇ ਨਿਜ ਘਰ ਵਿੱਚ ਆ ਕੇ ਵਸ ਜਾ ਮਨਾ, ਤੈਨੂੰ ਭਟਕਦਿਆਂ ਬੜੇ ਜਨਮ ਬੀਤ ਗਏ ਨੇ। ਆ ਸੰਜੋਗ ਬਣਿਆ, ਹੁਣ ਕਹਿੰਦੇ ਨਾ ਵੀ ਇਹ ਸੰਜੋਗ ਬਣਿਆ, ਕਰ ਲੈ ਹੁਣ ਇਹ ਕੰਮ, ਬਾਰ-ਬਾਰ ਨਹੀਂ ਇਹੋ ਜਿਹੇ ਸਮੇਂ ਮਿਲਦੇ। ਗੁਰੂ ਅਰਜਨ ਸਾਹਿਬ ਕਹਿੰਦੇ ਆ ਸੰਜੋਗ ਮਿਲਿਆ ਤੈਨੂੰ, ਸਮਾਂ ਮਿਲਿਆ ਇਹ ਮਨੁੱਖੀ ਦੇਹ ਦਾ, ਹਾਲੇ ਵੇਲਾ ਆਪਣੇ ਨਿਜ ਘਰ ਵਿੱਚ ਆ ਕੇ ਵਸ ਜਾ। ਇਹੋ ਜਿਹਾ ਸੰਜੋਗ ਮੁੜ ਕੇ ਪ੍ਰਾਪਤ ਨਹੀਂ ਹੋਣਾ। ਨਾਨਕ ਪ੍ਰਭ ਸੋ ਪ੍ਰਸੰਨ ਭਏ ਲਹਿ ਗਏ ਵਿਯੋਗ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਜਿਨ੍ਹਾਂ ਤੇ ਪਾਰ ਬ੍ਰਹਮ ਪ੍ਰਭੂ ਜੀ ਪ੍ਰਸੰਨ ਹੁੰਦੇ ਹਨ, ਉਹਨਾਂ ਦੇ ਸਾਰੇ ਵਿਯੋਗ ਲਹਿ ਜਾਂਦੇ ਨੇ, ਲੱਥ ਜਾਂਦੇ ਨੇ। ਉਹਨਾਂ ਦੇ ਸਾਰੇ ਵਿਯੋਗ ਲੱਥ ਜਾਂਦੇ ਨੇ। ਲਹਿ ਗਏ ਵਿਯੋਗ, ਸਾਰੇ ਵਿਯੋਗ ਲੱਥ ਜਾਂਦੇ, ਨਿਰਵਿਰਤ ਹੋ ਜਾਂਦੇ ਹਨ। ਬਿਲਾਵਲ ਮਹੱਲਾ ਪੰਜਵਾ। ਕਾਹੂ ਸੰਗ ਨਾ ਚਾਲਹੇ ਮਾਇਆ ਜੰਜਾਲ। ਧੰਨ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ ਆ, ਕਿਸੇ ਨਾਲ ਨਹੀਂ ਚੱਲਦੇ ਮਾਇਆ ਦੇ ਜੰਜਾਲ। ਕਾਹੂ ਸੰਗ ਨਾ ਚਾਲਹੇ ਮਾਇਆ ਜੰਜਾਲ। ਕਿਸੇ ਦੇ ਨਾਲ ਵੀ ਇਹ ਮਾਇਆ ਦੇ ਜੰਜਾਲ ਜਿੰਨੇ ਵੀ ਅਸੀਂ ਪਾਏ ਹੋਏ ਨੇ ਆਪਣੇ ਆਪ ਨੂੰ, ਇਹ ਜੰਜਾਲ ਕਿਸੇ ਦੇ ਨਾਲ ਸਹਿ ਪੰਚਮ ਪਾਤਸ਼ਾਹ ਕਹਿੰਦੇ ਨਹੀਂ ਚੱਲਣੇ। ਊਠ ਸਿਧਾਰੇ ਛਤਰਪਤ ਸੰਤਨ ਕਾ ਖਿਆਲ। ਸੰਤ ਜਨਾਂ ਦਾ ਇਹ ਨਿਸ਼ਚਾ ਹੈ, ਇਹ ਖਿਆਲ ਹੈ ਕਿ ਬੜੇ ਬੜੇ ਛਤਰਪਤੀ, ਬੜੇ ਬੜੇ ਵੱਡੇ ਰਾਜੇ, ਉਹ ਵੀ ਇਹ ਸਭ ਕੁਝ ਛੱਡ ਕੇ ਸੰਸਾਰ ਤੋਂ ਉੱਠ ਕੇ ਸਿਧਾਰੇ ਚਲੇ ਗਏ। ਊਠ ਸਿਧਾਰੇ ਛਤਰਪਤ, ਊਠ ਸਿਧਾਰੇ ਕਰ ਮੁਨ ਜਨ ਸੇਵਾ, ਰਹਿਣ ਨ ਪਾਵਹਿ ਸੁਰ ਨਰ ਦੇਵਾ। ਕੋਈ ਨਹੀਂ ਰਹਿ ਸਕਿਆ ਇਸ ਸੰਸਾਰ ਚੋਂ, ਉੱਠ ਕੇ ਚਲੇ ਗਏ। ਬੜੇ ਬੜੇ ਛਤਰਪਤੀ, ਰਾਜੇ, ਬਾਦਸ਼ਾਹ ਉਹ ਇਹ ਸੰਸਾਰ ਤੋਂ ਚਲੇ ਗਏ। ਸੰਤਨ ਕੈ ਖਿਆਲ, ਸੰਤਾਂ ਦਾ, ਮਹਾਂਪੁਰਸ਼ਾਂ ਦਾ ਇਹ ਖਿਆਲ ਨਿਸ਼ਚੈ ਕਿ ਜਾਣਾ ਪੈਣਾ, ਇਹੀ ਸੱਚ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਇਹ ਸੰਸਾਰ ਤੋਂ ਜਾਣਾ ਹੀ ਪਵੇਗਾ। ਰਹਾਉ ਅਹਾਂ ਬੁੱਧ ਕੋ ਬਿਨਸਨਾ ਇਹ ਧੁਰ ਕੀ ਢਾਲ। ਅਹੰਗ ਬੁੱਧ ਕੋ ਬਿਨਸਨਾ, ਜਿਹੜੀ ਅਹੰਗ ਬੁੱਧੀ ਅਸੀਂ ਬਣਾਈ ਹੋਈ, ਆ ਵੀ ਮੇਰਾ, ਆ ਵੀ ਮੇਰਾ, ਅਹੰਗ ਬੁੱਧੀ, ਬੁੱਧੀ 'ਚ ਅਹੰਗ ਰੂਪ ਧਾਰਨ ਕੀਤਾ ਹੋਇਆ ਨਾ, ਆ ਹੋ ਮੈਂ, ਆ ਵੀ ਮੇਰਾ, ਆ ਵੀ ਮੇਰਾ। ਕਹਿੰਦੇ ਸਾਰਾ ਬਿਨਸ ਜਾਣਾ ਇਹ ਧੁਰ ਕੀ ਢਾਲ। ਇਹ ਧੁਰ ਤੋਂ ਹੀ ਇਹ ਢਾਲ ਬਣੀ, ਮਰਿਆਦਾ ਬਣੀ ਹੋਈ ਹੈ ਵੀ ਇਹ ਬਿਨਸਣਾ ਹੀ ਬਿਨਸਣਾ। ਜਿਹਦੇ ਜਿਹਦੇ ਤੇ ਵੀ ਸਾਡਾ ਅਹੰਗ ਭਾਵ ਜੁੜਿਆ ਹੋਇਆ ਉਹ ਬਿਨਸਣਾ, ਚਾਹੇ ਉਹ ਸਰੀਰ ਤੇ ਹੋਵੇ, ਚਾਹੇ ਉਹ ਸਰੀਰ ਨਾਲ ਜੁੜੀਆਂ ਕਿਸੇ
ਵਸਤੂਆਂ ਤੇ ਪਦਾਰਥ ਤੇ ਹੋਵੇ, ਜਿਸ ਤੇ ਵੀ ਅਹੰਗ ਭਾਵ ਹੈ ਉਹ ਬਿਨਸੇਗਾ। ਇਹ ਧੁਰ ਤੋਂ ਹੀ ਪ੍ਰਮਾਤਮਾ ਦੀ ਵਿਧੀ ਦਾ ਵਿਧਾਨ ਬਣਿਆ ਹੋਇਆ ਹੈ। ਬਹੁ ਜੋਨੀ ਜਨਮੈ ਮਰੈ ਵਿਖਿਆ ਵਿਕਰਾਲ। ਬਹੁ ਪ੍ਰਕਾਰ ਦੀਆਂ ਜੂਨੀਆਂ ਵਿੱਚ ਜੀਵ ਜੰਮਦੇ ਨੇ, ਫਿਰ ਮਰਦੇ ਨੇ। ਵਿਖਿਆ ਵਿਕਰਾਲ, ਵਿਸ਼ਿਆਂ ਵਿਕਾਰਾਂ ਦੇ ਵਿਕਰਾਲ ਰੂਪ ਦੇ ਵਿੱਚ ਭਟਕਦੇ ਤੇ ਭਰਮਦੇ ਹਨ। ਸਤ ਬਚਨ ਸਾਧੂ ਕਹੈ ਨਿਤ ਜਪਹਿ ਗੋਪਾਲ। ਰੱਬ ਦੇ ਪਿਆਰੇ ਮਹਾਂਪੁਰਸ਼ ਸਾਧੂ ਆਪਣੀ ਰਸਨਾ ਤੋਂ ਸਤ ਬਚਨ ਬੋਲਦੇ ਹੈ। ਸਤ ਬਚਨ ਸਾਧੂ ਕਹੈ, ਸਾਧੂ ਹੈ ਹੀ ਉਹ ਜਿਹੜਾ ਸੱਚ ਕਹੇ। ਜਾਂ ਇਸ ਤਰ੍ਹਾਂ ਕਹਿ ਲਈਏ, ਸਾਧੂ ਹੈ ਹੀ ਉਹ ਕਿ ਜਿਹੜਾ ਬੋਲ ਬੋਲੇ ਉਹ ਸੱਚ ਹੋ ਜਾਏ। ਇਦਾਂ ਵੀ ਕਹਿ ਸਕਦੇ, ਸਾਧੂ ਬੋਲਦਾ ਵੀ ਸੱਤ ਹੈ, ਫਿਰ ਜੋ ਬੋਲਦਾ ਉਹ ਸੱਚ ਹੋ ਜਾਂਦਾ ਹੈ। ਨਾਨਕ ਦਾਸ ਮੁਖ ਤੇ ਜੋ ਬੋਲਾ ਇਹਾਂ ਉਹਾਂ, ਦੁਨੀਆ ਲਈ ਜੁਗਾਂ ਜੁਗਾਂਤਰਾਂ ਲਈ ਉਹ ਸੱਚ ਹੋ ਜਾਂਦਾ। ਅਮਕੇ ਮਹਾਂਪੁਰਸ਼ ਸਾਧੂ ਨੇ ਬਚਨ ਕਹੇ ਨੇ, ਬਿਲਕੁਲ ਸੱਚ ਨੇ। ਜੁਗਾਂ ਜੁਗਾਂ ਤੱਕ ਉਹਨਾਂ ਦੀ ਗਵਾਹੀ ਦਿੰਦੇ ਆ ਨਾ ਲੋਕ, ਉਹ ਜੋ ਬੋਲਦੇ ਨੇ ਉਹ ਸੱਚ ਹੋ ਜਾਂਦਾ। ਇਸ ਕਰਕੇ ਇੱਥੇ ਕਹਿ ਰਹੇ ਨੇ ਸਤ ਬਚਨ ਸਾਧੂ ਕਹੈ। ਜਿਹੜੇ ਸਾਧੂ ਨੂੰ ਸੱਚ ਬਚਨ ਕਹਿੰਦੇ ਆਪਣੀ ਰਸਨਾ ਤੋਂ, ਨਿਤ ਜਪਹਿ ਗੋਪਾਲ, ਉਹ ਆਪਣੀ ਰਸਨਾ ਤੋਂ ਨਿਤ ਉਸ ਗੋਪਾਲ ਦਾ ਜਾਪ ਜਪਦੇ ਆ, ਨਿਤ ਉਸ ਵਾਹਿਗੁਰੂ ਦਾ ਚਿੰਤਨ ਕਰਦੇ ਹਨ। ਸਿਮਰ ਸਿਮਰ ਨਾਨਕ ਤਰੇ ਹਰ ਕੇ ਰੰਗ ਲਾਲ। ਜਿਹੜੇ ਜਿਹੜੇ ਵੀ ਉਸ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਉਹ ਤਰ ਗਏ, ਹਰੀ ਦੇ ਗੂੜੇ ਰੰਗ ਦੇ ਵਿੱਚ ਉਹ ਲਾਲ ਹੋ ਗਏ, ਭਾਵ ਪ੍ਰੇਮ ਦੇ ਰੰਗ ਵਿੱਚ ਰੰਗੇ ਗਏ। ਬਿਲਾਵਲ ਮਹੱਲਾ ਪੰਜਵਾ। ਸਹਿਜ ਸਮਾਦ ਆਨੰਦ ਸੂਖ ਪੂਰੇ ਗੁਰ ਦੀਨ। ਰਾਗ ਬਿਲਾਵਲ ਪੰਜਵੇਂ ਪਾਤਸ਼ਾਹ ਉਚਾਰਦੇ ਹਨ ਸ਼ਬਦ ਸਹਿਜ ਤੇ ਸਮਾਧੀ ਦਾ ਸੁਖ ਤੇ ਆਨੰਦ, ਉਹ ਮੇਰੇ ਪੂਰੇ ਗੁਰੂ ਨੇ ਮੈਨੂੰ ਦੇ ਦਿੱਤਾ, ਬਖਸ਼ ਦਿੱਤਾ। ਸਹਿਜ ਸਮਾਧ ਆਨੰਦ ਸੁਖ ਪੂਰੇ ਗੁਰ ਦੀਨ। ਸਹਿਜ ਦਾ, ਸਮਾਧੀ ਦਾ, ਆਨੰਦ ਦਾ ਪਰਮ ਸੁਖ ਮੇਰੇ ਪੂਰੇ ਗੁਰੂ ਨੇ ਮੈਨੂੰ ਦੇ ਦਿੱਤਾ, ਬਖਸ਼ ਦਿੱਤਾ ਹੈ। ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ। ਕਹਿੰਦੇ ਉਹ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਸਾਡਾ ਸਦਾ ਹੀ ਅੰਗ ਸੰਗ ਰਹਿਣ ਵਾਲਾ ਸਾਡਾ ਸਹਾਈ ਹੈ। ਉਹਦੇ ਜਿਹੜੇ ਪ੍ਰਭੂ ਦੇ ਅੰਮ੍ਰਿਤ ਗੁਣ ਨੇ, ਮੈਂ ਉਹਨਾਂ ਅੰਮ੍ਰਿਤ ਗੁਣਾਂ ਨੂੰ ਚੀਨ ਕਹੀਏ ਜਾਣ ਲਿਆ ਹੈ। ਰਹਾਉ ਜੈ ਜੈਕਾਰ ਜਗਤਰ ਮੈਂ ਲੋਚੈ ਸਭ ਜੀਆ। ਕਹਿੰਦੇ ਸਾਰੇ ਜਗਤ ਵਿੱਚ ਉਹਨਾਂ ਰੱਬ ਦੇ ਪਿਆਰਿਆਂ ਦੀ ਜੈ ਜੈਕਾਰ ਹੁੰਦੀ ਹੈ, ਔਰ ਉਹਨਾਂ ਦੇ ਦਰਸ਼ਨ ਸਾਰੇ ਸੰਸਾਰ ਦੇ ਜੀਵ ਲੋਚਦੇ ਹੈ। ਸਾਰਾ ਜੱਗ ਚਾਹੁੰਦਾ ਇਹੋ ਜਿਹੇ ਰੱਬ ਦੇ ਪਿਆਰਿਆਂ ਦੇ ਦਰਸ਼ਨ ਹੋ ਜਾਣ। ਸਾਰਾ ਸੰਸਾਰ ਉਹਨਾਂ ਦੇ ਦਰਸ਼ਨਾਂ ਦੀ ਕਾਂਖਾ ਰੱਖਦਾ ਹੈ। ਸੋ ਪ੍ਰਸੰਨ ਭਏ ਸਤਿਗੁਰ ਪ੍ਰਭੂ ਕਛ ਬਿਗਨ ਨਾ ਥੀਆ। ਕਹਿੰਦੇ ਉਹ ਪ੍ਰਭੂ ਪ੍ਰਸੰਨ ਹੈ, ਦਇਆ ਦੇ ਘਰ ਵਿੱਚ ਆਉਂਦਾ ਹੈ, ਕਛ ਬਿਗਨ ਨਾ ਥੀਆ। ਉਹਨਾਂ ਨੂੰ ਕਦੇ ਕਿਸੇ ਪ੍ਰਕਾਰ ਦਾ ਬਿਗਨ ਨਹੀਂ ਵਿਆਪਦਾ। ਜਾ ਕਾ ਅੰਗ ਦਇਆਲ ਪ੍ਰਭ ਤਾਕੇ ਸਭ ਦਾਸ। ਜਿਹਦਾ ਅੰਗ, ਜਿਹਦਾ ਪੱਖੋ ਦਿਆਲੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਰਦਾ, ਉਹਦੇ ਸਾਰੇ ਹੀ ਦਾਸ ਨੇ। ਤਾਕੇ ਸਭ ਦਾਸ, ਉਹਦੇ ਸਾਰੇ ਹੀ ਦਾਸ ਤੇ ਸੇਵਕ ਹੋ ਜਾਂਦੇ ਹਨ। ਸਦਾ ਸਦਾ ਵਡਿਆਈਆਂ ਨਾਨਕ ਗੁਰ ਪਾਸ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਆ, ਮੇਰੇ ਗੁਰੂ ਦੇ ਕੋਲ ਹਮੇਸ਼ਾ ਹੀ ਵਡਿਆਈਆਂ ਨੇ। ਕੋਈ ਲੈਣ ਦੀ ਕਾਂਖਾ ਰੱਖ ਕੇ ਆਉਂਦਾ, ਉਹਨੂੰ ਵਡਿਆਈਆਂ ਮਿਲ ਜਾਂਦੀਆਂ, ਕਿਉਂਕਿ ਮੇਰੇ ਸਤਿਗੁਰੂ ਜੀ ਤਾਂ ਹਮੇਸ਼ਾ ਹੀ ਆਪਣੇ ਸੇਵਕਾਂ ਨੂੰ ਵਡਿਆਈਆਂ ਬਖਸ਼ਦੇ ਨੇ। ਕਰਦੇ ਆਪ ਨੇ, ਕਰਾਉਂਦੇ ਵੀ ਆਪ ਨੇ,
ਵਡਿਆਈ ਸੇਵਕ ਨੂੰ ਦੇ ਦਿੰਦੇ ਆ। ਆਖੋ ਸਤਿਨਾਮ ਸ੍ਰੀ। ਇਹ ਮੇਰੇ ਸਾਹਿਬ ਦਾ, ਮੇਰੇ ਗੁਰੂ ਦਾ ਬਿਰਦ ਹੈ। ਵਡਿਆਈ ਆਪਣੇ ਸੇਵਕ ਨੂੰ ਬਖਸ਼ ਦਿੰਦੇ ਆ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਇਹ ਗਾਵਿਆ ਤੇ ਸੁਣਿਆ ਸਤਿਗੁਰੂ ਜੀ ਥਾਂ ਪਾ ਲੈਣ। ਗੁਰੂ ਕੀ ਬਾਣੀ ਅਗਾਧ ਬੋਧ ਹੈ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਕਿ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਔਰ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।